ਆਦਿ ਪੁਰਖ ਕਿਸ ਨੂੰ ਆਦਿਸ਼ਟਾ। ਅਸੀਂ ਜੋ ਵੀ ਇਹ ਸਰੀਰ ਨੂੰ ਪਾ ਕੇ ਬੈਠਾ ਹੈ ਤਾਂ ਇਹ ਅੰਤ ਗੁਫਾ 'ਚ ਲੁਕਿਆ ਬੈਠਾ ਹੈ। ਇਹਦੇ ਬਾਹਰਲੇ ਦੁਆਰ ਆ ਜਿਹੜੇ ਉਹ ਤੋਂ ਖੁੱਲੇ ਆ। ਬਾਹਰਲੇ ਦੁਆਰ ਆ ਜਿਹੜੇ ਖੁੱਲੇ, ਇਹਨਾਂ ਵਿੱਚ ਘੁੰਮ ਘੁਮਾ ਕੇ ਇਹਨੂੰ ਸ਼ਾਸਤਰਾਂ ਨੇ ਕਈ ਪ੍ਰਕਾਰ ਦੀ ਸੰਗਿਆ ਦਿੱਤੀ ਹੈ। ਅਸੀਂ ਇਸ ਨੂੰ ਦੇਖਣਾ ਹੈ ਵੀ ਸਾਰਿਆਂ ਤਿਰਨ ਤੋਂ ਲੈ ਕੇ ਪਰਬਤ ਤਾਈਂ ਤੇ ਬਿੰਦੂ ਤੋਂ ਲੈ ਕੇ ਸਮੁੰਦਰ ਤਾਈਂ ਤੋਂ ਅੰਤ ਨੂੰ ਹੈ ਕਿ ਚਿੱਤ ਆਕਾਸ਼, ਭੂਤਾ ਆਕਾਸ਼, ਮਾਇਆ ਆਕਾਸ਼ ਤੋਂ ਲੈ ਕੇ ਚਿਦ ਆਕਾਸ਼ ਤਾਈਂ। ਇਹ ਸਾਰੇ ਲੋਕਾਂ ਦਾ ਮਨ ਸੰਕਲਪ ਸਫੁਰਨਤਾ ਹੋ ਜਾਂਦਾ ਹੈ, ਪਰ ਉਹ ਵਿਰਲਾ ਹੈ ਕਿ ਜਿਹੜਾ ਜਾਣਦਾ ਉਹਦਾ ਦੁਆਰ ਖੁੱਲਦਾ। ਜਿਵੇਂ ਦਰਵਾਜ਼ੇ ਬੰਦ ਤੇ ਅੰਦਰ ਘੁੰਮਦਾ ਫਿਰਦਾ ਹੈ, ਐਸੇ ਤਰ੍ਹਾਂ ਇਹ ਬਾਹਰ ਨਿਕਲਦਾ। ਇਹ ਮੋਰੀਆਂ ਹੈ, ਮੋਰੀਆਂ। ਇਹ ਗੁਰੂਆਂ ਨੇ ਬਾਣੀ ਦੇ ਵਿੱਚ ਇਹਨੂੰ ਇਹ ਕਿਹਾ। ਪਹਿਲਾਂ ਤਾਂ ਸੰਤਾਂ ਨੇ ਇਹ ਬਾਤ ਕਹੀ, ਅਖੇ ਗੁਰ ਦਿਖਲਾਈ ਮੋਰੀ। ਗੁਰੂਆਂ ਨੇ ਤੱਤਵ ਕੇ ਮਹਾਤਮਾ ਨੇ ਇਹ ਵਿਖਾਤਾ ਕਿ ਜਿਹੜੇ ਤੁਸੀਂ ਇੰਦਰੀਆਂ ਦੁਆਰਾ ਭਟਕਦੇ ਹੋ, ਇਹ ਦੁਆਰ ਨਹੀਂ ਗੇ, ਇਹ ਮੋਰੀਆਂ। ਜੈਸੇ ਪਿੰਜਰੇ ਦੇ ਅੰਦਰ ਕੋਈ ਪੰਛੀ ਤਾੜਿਆ ਹੋਇਆ, ਉਹ ਪੰਛੀ ਹੈ ਜਿਹੜਾ ਪਿੰਜਰੇ ਦੇ ਅੰਦਰ ਭੱਜਿਆ ਫਿਰਦਾ, ਤੇ ਉਹ ਨਿੱਕੀਆਂ ਨਿੱਕੀਆਂ ਜਿਹੜੀਆਂ ਮੋਰੀਆਂ ਰੱਖੀਆਂ ਹੋਈਆਂ ਪਿੰਜਰੇ 'ਚ, ਉਹਨਾਂ ਮੋਰੀਆਂ ਦੁਆਰਾ ਪੰਛੀ ਨੂੰ ਬਾਹਰ ਕੁਛ ਨਾ ਕੁਛ ਦਿਖਾਈ ਪੜਦਾ। ਇਸ ਪਿੰਜਰੇ ਦੇ ਵਿੱਚ ਵੀ ਜਿਹੜਾ ਇੱਕ ਜੀਵ ਭਾਵ ਨੂੰ ਸਵੀਕਾਰ ਕਰ ਲਿਆ, ਇਹਦੇ ਵਿੱਚ ਪੈ ਕੇ ਨੇ ਜੀਵ ਭਾਵ ਨੂੰ ਸਵੀਕਾਰ ਨਹੀਂ ਕੀਤਾ। ਪਹਿਲਾਂ ਜੀਵ ਭਾਵ ਨੂੰ ਇਹਦੀ ਪੁਰਸ਼ਟਤਾ ਸਵੀਕਾਰ ਚੁੱਕੀ ਹੈ, ਉਹਦੀ ਸਵੀਕ੍ਰਿਤੀ ਅਨੁਸਾਰ ਪਿੰਜਰੇ 'ਚ ਹੋਇਆ ਬੰਦ। ਇਹ ਬੰਦ ਪਿੰਜਰੇ ਦੇ ਵਿੱਚ ਹੋਣੇ ਸੇ ਇਹਨੇ ਸਵੀਕਾਰ ਨਹੀਂ ਪਹਿਲਾਂ ਕੀਤਾ। ਤਾਂ ਹੁਣ ਅਸੀਂ ਇਹ ਕਹਿਣਾ ਹੈ ਵੀ ਗੁਰਦ ਖਲਾਈ ਮੋਰੀ, ਨਿਤ ਮਿਰਗ ਪੜਤ ਹੈ ਚੋਰੀ। ਜੈਸੇ ਮਿਰਗ ਹੈ ਭੋਗਾਂ ਦੇ ਮੰਦਰ ਭੋਏ ਭਜਦਾ, ਤੇ ਭੋਗ ਉਸ ਨੂੰ ਪ੍ਰਾਪਤ ਨਹੀਂ ਹੁੰਦੇ, ਤਾਂ ਭਟਕ ਕੇ ਭਟਕਦਾ ਉੱਥੇ ਪ੍ਰਾਣ ਦੇ ਦਿੰਦਾ। ਇਹਨਾਂ ਭੋਗਾਂ ਨੂੰ
ਸੰਤਾਂ ਨੇ ਗੁਰੂਆਂ ਨੇ ਕਿਹਾ ਇਹ ਮਿਰਗ ਤ੍ਰਿਸ਼ਨਾ ਦਾ ਜਲ ਹੈ। ਜਗਤ ਹੈ ਜਿਹੜਾ ਇਹ ਮਿਰਗ ਤ੍ਰਿਸ਼ਨਾ ਦਾ ਜਲ ਹੈ। ਮਿਰਗ ਨੂੰ ਤ੍ਰਿਸ਼ਨਾ ਐ ਲੱਗਦੀ ਵੀ ਪਾਣੀ ਆ, ਉਹ ਰੇਤ ਦੀਆਂ ਲਹਿਰਾਂ ਉਹਨੂੰ ਪਾਣੀ ਜੈਸੀਆਂ ਮਾਲਮ ਪੈਂਦੀਆਂ, ਤੇ ਪਾਣੀ ਉਪਲਬਧ ਨਹੀਂ ਹੁੰਦਾ ਤਾਂ ਪਿਆਸੇ ਦਾ ਪਿਆਸਾ ਹੀ ਰਹਿ ਜਾਂਦਾ ਹੈ, ਜਾਣੀ ਉਹ ਉੱਥੇ ਪ੍ਰਾਣ ਤਿਆਗ ਦਿੰਦਾ ਹੈ। ਇਸੇ ਪ੍ਰਕਾਰ ਇਹ ਜਿਸ ਨੂੰ ਅਸੀਂ ਜਗਤ ਬੋਲਦੇ ਹਾਂ, ਇਹ ਜਗਤ ਦੇ ਦੋ ਸਥਾਨ ਹਨ। एक जागृत में है, एक दूजा जागृत सुपन में। ये सुपन वाला ते जागृत वाला जागता जेड़ा ये मिर्ग तृष्णा का जल है। मिर्ग नूं भी इंद्रियां विच दी दीदा पानी ते ये जेड़ा शरीर दे अंतरगत बैठा है, ਇਹਨੂੰ ਵੀ ਇਹ ਇੰਦਰੀਆਂ ਦੁਆਰਾ ਭੋਗ ਹੈ ਜਿਹੜੇ ਇਹ ਸੱਚੇ ਲੱਗਦੇ ਆ। ਜਿਹੜੇ ਗੁਰਬਾਣੀ ਇਹ ਬਾਤ ਕਹਿੰਦੇ ਆ ਕਿ ਗੁਰਦਖ ਲਾਈ ਮੋਰੀ ਨਿਤ ਮਿਰਕ ਪੜਤਾ ਹੈ ਚੋਰੀ, ਤੇ ਜਿਹੜਾ ਅਸਲ ਰਸਤਾ ਦਰਵਾਜ਼ੇ ਕੇ ਮੂੰਦ ਲਈਏ ਦਰਵਾਜ਼ੇ, ਉਹ ਦਰਵਾਜ਼ੇ ਤਾਂ ਤੇਰੇ ਬੰਦ ਹੈ, ਮੁੰਦੇ ਹੋਏ ਹੈ। ਉਹ ਕੌਣ ਖੋਲੇਗਾ? ਤਾਂ ਸੰਤਾਂ ਨੇ ਕਿਹਾ ਆਖੇ ਇਹ ਗੁਰੂ ਹੈ, ਗੁਰੂ ਖੋਲਣ ਵਾਲਾ। ਆਖੇ ਗੁਰ ਕੁੰਜੀ ਪਾਉ ਨਿਵਲ मन कोठा तन छत, नानक गुर बिन मन का ताक न उखड़े, अवर न पुंजे हथ। ये गुरुआं दा फैसला सुनिया कि नहीं? तां गुरुआं दा फैसला सुन के भी ਜਿਹੜੇ ਮੋਰੀਆਂ ਵਿੱਚ ਦੇ ਭੱਜੇ ਜਾਂਦੇ ਹੈ, ਇਹਨਾਂ ਨੂੰ ਸਮਝ ਲਓ ਕਿ ਇਹਨਾਂ ਲੋਕਾਂ ਨੇ ਗੁਰੂਆਂ ਦੇ ਫੈਸਲੇ ਵੱਲ ਪਿੱਠ ਕੀਤੀ ਹੋਈ ਹੈ। ਗੁਰੂ ਕਹਿੰਦੇ ਹੈ, ਗੁਰੂ ਦੇ ਹੱਥ ਕੁੰਜੀ ਨਹੀਂ, ਗੁਰੂ ਆਪ ਹੀ ਸਭ ਕਵਾੜ ਖੋਲਦਾ। ਤਾਂ ਗੁਰੂ ਕੁੰਜਿਆ, ਇਸ ਦੇ ਪੈਰਾਂ ਨੂੰ ਨਿਓਲ ਚੰਦਰਾ ਲੱਗਿਆ ਹੋਇਆ, ਤੇ ਮਨ ਰੂਪੀ ਕੋਠੇ ਦੇ ਵਿੱਚ ਤਨ ਰੂਪੀ ਛੱਤ ਦੇ ਵਿੱਚ ਇਹ ਘੁੰਮ ਰਿਹਾ। ਤਾਂ ਇਹ ਮੋਰੀਆਂ ਵਿੱਚ ਦੀ ਨਿਕਲਣਾ ਚਾਹੁੰਦਾ। ਇੰਨਾ ਹੀ ਗੁਰੂਆਂ ਨੇ ਕਿਹਾ, पंछी पिंजर बांध्या कोई, कोई ऐसा पंछी पिंजरे च बन्नता, माना अंदर ताड़ता, ते वो निकलण लई ਉਹਦੇ ਵਿੱਚ ਦੀ ਛੋਟੀਆਂ ਛੋਟੀਆਂ ਮੋਰੀਆਂ ਛੇਕ ਹੈ, ਤੇ ਕੋਸ਼ਿਸ਼ ਕਰਦਾ ਵੀ ਇਹਦੇ ਵਿੱਚ ਦੇ ਬਾਹਰ ਨਿਕਲ ਜਾ। ਤਾਂ ਗੁਰੂਆਂ ਨੇ ਕਿਹਾ ਕਿ ਪੰਛੀ ਪਿੰਜਰ ਬੰਦਿਆ ਹੋਏ, ਤੇ ਛੇਰੀ ਪਰਮਿਆ ਮੁਕਤ ਨਾ ਹੋਏ। ਉਹ ਮੋਰੀਆਂ ਵਿੱਚ ਦੀ ਨਿਕਲ ਨਹੀਂ ਸਕਦਾ, ਇਸ ਪਿੰਜਰੇ ਤੋਂ ਮੁਕਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਧਨ ਹੈ,
ਇਹ ਸਾਧਨ ਇਹਦੇ ਲਈ ਬਾਧਨ ਬਣ ਜਾਂਦੇ ਆ। ਕਿਵੇਂ ਬਾਧਨ ਬਣਦੇ? ਉਹ ਕਿਸੇ ਨੇ ਆਖਿਆ ਤੂੰ ਖਾ ਕੇ ਤਾਂ ਵੇਖ ਨਸ਼ਾ, ਫਿਰ ਇਹਦਾ ਸਵਾਦ ਲਹਿਰ ਵੇਖੀ। ਤੇ ਸਵਾਦ ਲਹਿਰ ਲਈ ਉਹਨੇ ਨਸ਼ਾ ਖਾਧਾ ਤੇ ਹੋ ਗਈ ਮ੍ਰਿਤੂ। ਇਹ ਜਿਹੜੇ ਛੋਟੇ ਛੋਟੇ ਸਾਧਨ ਹੈ, ਇਹ ਇਹਨਾਂ ਸਾਧਨਾਂ ਨੂੰ ਛੁੱਟਣ ਦੇ ਸਾਧਨ ਸਮਝਦਾ ਹੈ। ਇਹ ਨਹੀਂ ਸਮਝਦਾ ਕਿ ਇਹ ਸਾਧਨ ਹੀ ਮੈਨੂੰ ਬੰਨੀ ਬੈਠੇ ਹੈ। ਤਾਂ ਬਾਤ ਤਾਂ ਇਹ ਰਹੇਗੀ ਵੀ ਜਿਹੜੇ ਇਹ ਕਿੱਥੋਂ ਆਉਂਦੇ ਆ? ਜਿਸਨੇ ਇਹ ਗੱਲ ਕਹੀ ਹੈ ਵੀ ਹਾਂ ਜੀ ਠੀਕ ਹੈ, ਇਹ ਗੁਰੂ ਤਾਂ ਸਾਡਾ ਗ੍ਰੰਥ ਸਾਹਿਬ ਹੈ। ਤਾਂ ਫਿਰ ਇਹ ਤਾਂ ਗ੍ਰੰਥ ਸਾਹਿਬ ਹੈ, ਇਹਦੇ ਬਾਰੇ ਕਹਿੰਦਾ, ਤੇ ਕਹਿੰਦਾ ਕੌਣ ਹੈ? ਜਿਹੜਾ ਇਹ ਗੱਲ ਕਹਿੰਦਾ ਹੈ ਵੀ ਪਿੰਜਰ ਪੰਛੀ ਬੰਧਿਆ, ਕੋਈ ਪੰਛੀ ਪਿੰਜਰੇ ਦੇ ਵਿੱਚ ਵੱਜ ਗਿਆ ਤੇ ਛੇਰੇ ਭਰਮਿਆ ਮੁਕਤ ਨਾ ਹੋਏ। ਉਹ ਭਰਮਾਂ ਦੀਆਂ ਮੋਰੀਆਂ ਵਿੱਚ ਦੀ ਮੈਂ ਬਾਹਰ ਨਿਕਲ ਜੋ। ਤਾਂ ਇਹ ਕੌਣ ਕਹਿੰਦਾ? ਤਾਂ ਅੰਤ ਨੂੰ ਇਹ ਕਹਿਣਗੇ ਵੀ ਗੁਰੂ ਜੀ ਕਹਿੰਦਾ। ਗੁਰੂ ਕਿਹੜਾ ਕਹਿੰਦਾ ਜੀ? ਗ੍ਰੰਥ ਸਾਹਿਬ ਗੁਰੂ। ਤੇ ਜਿਹਨੂੰ ਕਿ ਗੁਰੂ ਕੁੰਜੀ, ਉਹ ਫਿਰ ਕੋਈ ਗੁਰੂ ਹੋਰ ਹੈ ਕਿ ਇਹ ਹੀ ਹੈ? ਕਹਿਣ ਵਾਲਾ ਇਹ ਗੁਰੂ ਆ ਕਿ ਕੋਈ ਹੋਰ ਹੈ? ਗੁਰ ਕੁੰਜੀ ਪਾਉ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਾਨ ਕਾ ਤਾਕ ਨਾ ਉਖੜੇ। ਤੇ ਅਵਰ ਨਾ ਕੁੰਜੀ ਹੱਥ, ਹੋਰ ਕਿਸੇ ਦੇ ਹੱਥੇ ਕੁੰਜੀ ਨਹੀਂ। ਇਹ ਹੈ ਵੀ ਗੁਰੂਆਂ ਦੀ ਬਾਣੀ ਹੈ ਜਿਹੜੀ ਇਹ ਮਹੱਤਮ ਰੱਖਦੀ ਹੈ। ਉਹ ਇਹਦੇ ਚ ਜੁਗਤੀਆਂ ਉਪਦੇਸ਼ ਹੈ ਕਿ ਜਿਹੜਾ ਇਹ ਆਪਣੇ ਆਪ ਸਮਝ ਨਹੀਂ ਸਕਦਾ। ਤੇ ਇਹਨੂੰ ਸਮਝਾਉਣ ਵਾਸਤੇ ਉਹ ਰੱਖੇਗਾ ਕਿ ਜਿਹੜੇ ਖੁਦ ਨਹੀਂ ਸਮਝ ਰਹੇ। ਵੀ ਮਨ ਕਿਵੇਂ ਕੋਠਾ ਹੈ ਜਿਹਦੇ ਵਿੱਚ, ਤਾਂ ਇਹ ਕੋਠਾ ਢਾਉਣ ਲਈ ਬਹਿਰੰਗ ਸਾਧਨ ਔਰ ਅੰਤਰੰਗ ਸਾਧਨ ਔਰ ਸਾਖਸ਼ਾਤ ਸਾਧਨ, ਇਹ ਸਾਖਸ਼ਾਤ ਕਰਾਉਣ ਵਾਲੇ ਨਹੀਂ ਗੇ। ਜਿੱਥੇ ਮਨੁੱਖ ਨੂੰ ਆਪ ਡੁੱਬੇ ਸੀਗੇ, ਉੱਥੇ ਜਨਤਾ ਨੂੰ ਡੁਬੋਈ ਜਾਂਦੇ ਆ। ਜੇ ਭੌਕਰ ਮਾਰ ਦਗੇ ਤਾਂ ਇਹ ਪਿੰਜਰੇ ਚੋਂ ਨਿਕਲ ਜਾਈਦਾ। ਪਾਣੀ ਦੀਆਂ 2 ਬਾਲਟੀਆਂ ਡੋਲ ਕੇ ਫਰਸ਼ ਧੋ ਦਗੇ ਤਾਂ ਪਿੰਜਰੇ ਚੋਂ ਨਿਕਲ ਜਾਈਦਾ। ਇੱਕ ਵਾਰੀ ਰਾਮ ਰਾਮ ਕਹਿ ਲਈਏ ਤਾਂ ਪਿੰਜਰੇ ਚੋਂ ਨਿਕਲ ਜਾਈਦਾ। ਇਹ ਇੱਕ ਬੜੀ ਭਾਰੀ ਭੁੱਲ ਹੈ। ਇਹ ਉਹ ਲੋਕ ਕਹਿੰਦੇ ਆ ਜਿਹੜੇ ਖੁਦ ਫਸੇ ਆ। ਇਹ ਸੰਤਾਂ ਨੇ ਕਿਹਾ ਇਹ ਲੋਕ ਤੁਹਾਨੂੰ ਉਹ ਜੁਗਤੀਆਂ ਦਿੰਦੇ ਆ ਕਿ ਫਾਸਣ ਕੀ ਵਿਦ ਸਭ ਕੋ ਜਾਣੇ। ਖੁਦ ਫਸੇ ਆ ਤੇ ਤੁਹਾਨੂੰ ਫਸਣ ਦੀਆਂ ਜੁਗਤੀਆਂ ਦੱਸ ਰਿਹਾ। ਫਾਸਣ ਕੀ ਵਿਦ ਸਭ ਕੋ ਜਾਣਾ ਤੇ ਛੁੱਟਣ ਕੀ ਇੱਕ ਕੋਈ, ਉਹ ਕੋਈ ਵਿਰਲਾ ਕਿਹੜਾ ਛੁੱਟਣ ਦੀ ਜੁਗਤੀ ਜਾਣਦਾ। ਇਹ ਫਸਣ ਫਸਾਉਣ ਦੀਆਂ ਜੁਗਤੀਆਂ ਹੀ ਜਾਣਦੇ ਆ। ਤਾਂ ਅੰਤ ਨੂੰ ਇਹ ਕਿਹਾ ਵੀ ਜਿਹੜਾ ਬੰਦਾ
ਗਲ 'ਚ ਸਾਫਾ ਪਾ ਦਿੰਦੇ ਆ। ਇਹ ਸਾਫਾ ਪਾਏ ਤੋਂ ਮੁਕਤ ਹੋ ਜਾਈਦਾ। ਨਾ ਸਾਫਾ ਗਲ 'ਚ ਪਾਏ ਤੋਂ ਮੁਕਤ ਹੋਈਦਾ ਤੇ ਨਾ ਸਾਫਾ ਲਾਏ ਤੋਂ ਹੋਈਦਾ। ਇਹ ਭਾਰੀ ਭੁਲੇਖਾ ਹੈ। ਜਿਹੜਾ ਤੁਹਾਡੇ ਗਲ ਦੇ ਵਿੱਚ ਸਾਫਾ ਪਾਇਆ, ਜਿਹੜਾ ਇਸ ਤਨ 'ਚ ਕਮੀਜ਼ ਪਾਇਆ, ਜਿਸ ਸਰੀਰ ਸਿਰ ਤੇ ਪਗੜੀ ਬੱਧੀ ਹੈ ਅਥਵਾ ਧੋਤੀ ਕਛਹਿਰਾ ਕੁਛ ਵੀ ਪਾਇਆ, ਇਹ ਕੱਪੜਾ ਹੈ। ਤੇ ਇਹਨੂੰ ਬਾਣੀਆਂ ਨੇ ਕੀ ਕਿਹਾ? ਗੁਰੂਆਂ ਦੀ ਬਾਣੀ ਉਹ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ। ਇਹ ਸਭ ਛੁੱਟਣ ਵਾਲੀਆਂ ਚੀਜ਼ਾਂ, ਜਿਹੜੀਆਂ ਖੁਦ ਛੁੱਟਣ ਵਾਲੀਆਂ ਚੀਜ਼ਾਂ, ਇਹ ਤੈਨੂੰ ਕਿਵੇਂ ਮੁਕਤ ਕਰ ਦੋਗੇ? ਜਿਹੜੀਆਂ ਆਪ ਰੱਦ ਹੋਣ ਵਾਲੀਆਂ। ਕੱਪੜ ਰੂਪ ਸੁਹਾਵਣਾ, ਜਿਹੜੇ ਸੋਹਣੇ ਸੋਹਣੇ ਰੂਪ ਵਾਲੇ ਸੀ, ਉਹ ਇੱਕ ਦੂਜੇ ਨੂੰ ਚਿਰਕਾਲ ਤੋਂ ਮਿਲਦੇ ਵੀ ਬੱਲੇ 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 ਤੋਂ ਉਹ ਹੈ। ਉਹ ਯਾਰ ਪਛਾਣ ਹੀ ਨਹੀਂ ਆਉਂਦੀ। ਜਿਸ ਰੂਪ 'ਚ ਤੈਨੂੰ ਵੇਖਿਆ ਸੀਗਾ ਉਹ ਤਾਂ ਤੇਰੇ ਨੇੜੇ ਨਹੀਂ ਰਿਹਾ। ਤੇ ਜਿਹੜੇ ਕੱਪੜੇ ਸੀਗੇ ਇਹ ਵੀ ਬਦਲੇ ਗਏ। ਆ ਗੁਰੂਆਂ ਨੇ ਕਿਹਾ ਇਹ ਕੱਪੜੇ ਦੀ ਕੀ ਗੱਲ ਹੈ? ਨਾਨਕ ਜੀ ਮਹਾਰਾਜ ਨੇ ਇਹ ਸਰੀਰ ਨੂੰ ਵੀ ਕੱਪੜਾ ਹੀ ਕਿਹਾ। ਇਹਦੇ ਵੀ ਤੁੰਬੇ ਤੁੰਬੇ ਬੁੰਦੇ ਹੋ ਜਾਂਦੇ ਆ ਤੇ ਜਿਹੜੇ ਉੱਤੇ ਓੜੇ ਉਹਨਾਂ ਦੇ। ਤਾਂ ਇਹਨੂੰ ਕਿਹਾ ਕਿ ਕਰਮੀ ਆਵੇ ਕੱਪੜਾ। ਇਹ ਕੱਪੜਾ ਕਿਰਿਆ ਦੁਆਰਾ ਆਇਆ। ਕਿਰਿਆ ਵਿਕਿਰਿਆ ਬਣਦਾ ਕਿਰਿਆ ਨਾਲ, ਪਾਟਦਾ ਬਿਨਾਂ ਵਿਕਿਰਿਆ ਤੋਂ, ਕਿਰਿਆ ਤੋਂ ਬਗੈਰ ਪਾਟਦਾ। ਤੇ ਬਣਾਇਆ ਕੀ ਨਹੀਂ? ਜਿਹੜਾ ਤੂੰ ਇਹਦੇ ਵਿੱਚ ਤੋਤਾ ਬੋਲ ਰਿਹਾ, ਤੈਨੂੰ ਪਤਾ ਲੱਗਿਆ ਇਹ ਕੱਪੜਾ ਕਿਹਨੇ ਬਣਾਇਆ ਤੇ ਤੈਨੂੰ ਕਿਹਨੇ ਫਸਾਇਆ? ਤਾਂ ਮੈਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਇਹ ਕੱਪੜਾ ਕਿਹਨੇ ਉਣਿਆ ਤੇ ਮੈਨੂੰ ਇਸ ਕੱਪੜੇ ਦੀ ਗੰਢ 'ਚ ਕਿਹਨੇ ਫਸਾਇਆ। ਇਹ ਹੈ ਕਿ ਤੂੰ ਬਾਣੀ ਪੜ੍ਹਦਾ ਸੁਣਦਾ, ਤੈਨੂੰ ਬਾਣੀ ਨੂੰ ਅਜੇ ਕੋਈ ਜੁਗਤੀ ਨਹੀਂ ਮਿਲੀ। ਤਾਂ ਇਥੋਂ ਇਹ ਕਹੇਗਾ ਕਿੰਨੇ ਕੁ ਜਣੇ ਆ ਜਿਨ੍ਹਾਂ ਨੂੰ ਜੁਗਤੀ ਮਿਲੀ। ਇਹ ਆਚਰਜ ਹੋ ਗਿਆ ਕਿ ਜਿਹੜਾ ਇਹਨੂੰ ਵਗਦੇ ਪਾਣੀ ਵੱਲੋਂ ਮੋੜ ਕੇ ਉਸ ਪਾਸੇ ਲਿਜਾਣਾ ਚਾਹੁੰਦਾ ਕਿ ਜਿੱਧਰੋਂ ਪਾਣੀ ਆਉਂਦਾ ਹੈ, ਇਹ ਉਸ ਪਾਸੇ ਨਹੀਂ ਜਾਂਦਾ। ਇਹ ਉਧਰੇ ਜਾ ਰਿਹਾ ਜਿੱਧਰ ਪਾਣੀ ਵਹਿਣ ਦੇ ਵਿੱਚ ਸਾਰੀ ਦੁਨੀਆ ਵਹਿ ਰਹੀ ਹੈ। ਇਹ ਸਾਡਿਆਂ ਸੰਤਾਂ ਨੇ ਇਹ ਬਾਤ ਕਹੀ, ਆਖੇ ਲੀਕ ਲੀਕ ਪਰ ਸਭ ਚੱਲੇ। ਜਿੰਨੇ ਵੀ ਲੋਕ ਹਨ ਇਹ ਲੀਕ ਤੇ ਚੱਲ ਰਹੇ। ਜਿਹੋ ਜੀ ਲਕੀਰ ਵੱਜ ਗਈ ਉਸ ਲਕੀਰ ਤੇ ਵਹਿੰਦੇ ਜਾਂਦੇ ਐ। ਤੇ ਨਾਲ ਤੋਂ ਜੁਗਤੀ ਸੰਤਾਂ ਨੇ ਦਿੱਤੀ ਕਿਵੇਂ ਚੱਲਦੇ? ਆਖੇ ਲੀਕ ਲੀਕ ਪਰ ਸਭ ਚੱਲੇ, ਚੱਲ ਤਾਂ ਭੇਡ ਜਿਵੇਂ ਊਠ। ਭੇਡਾਂ ਦਾ ਵੱਗ, ਭੇਡਾਂ ਭਾਵੇਂ ਖਾਤੇ 'ਚ ਡਿੱਗੀ ਜਾਣ, ਮੰਗਰੇ ਤੁਰੀਆਂ ਜਾਂਦੀਆਂ।
ਊਠ ਦੀ ਕਤਾਰ ਹੈ, ਜਿੱਧਰ ਪਹਿਲਾ ਊਠ ਜਾਂਦਾ ਮੰਗਰੇ ਊਠ ਚੱਲੀ ਜਾਂਦੇ ਹੈ। ਤੇ ਇਸ ਨੂੰ ਸਮਝਦਾਰ ਨੂੰ, ਜਿਹੜਾ ਇਸ ਦੇਹ ਦੇ ਵਿੱਚ ਸਮਝ ਰੱਖਦਾ ਸੀ, ਇਹਨੂੰ ਵੀ ਇਹ ਸੰਗਿਆ ਦੇਤੀ। ਇਹ ਵੀ ਐਵੇਂ ਹੀ ਚੱਲਦੇ ਆ ਵੀ ਗੁਰੂ ਜੀ ਐਂ ਕਹਿੰਦੇ ਸੀ, ਗੁਰੂ ਜੀ ਇੱਧਰ ਗਏ ਆ, ਗੁਰੂ ਜੀ ਇੱਧਰ ਗਏ ਆ, ਤੇ ਇੱਧਰ ਹੀ ਤੁਸੀਂ ਜਾਈ ਜਾਂਦੇ ਆ। ਉਵੇਂ ਜਿਵੇਂ ਪਸ਼ੂ ਚੱਲਦੇ ਸੀਗੇ ਲੀਕ ਤੇ, ਇਵੇਂ ਇਹ ਜਿਹੜੇ ਸੂਝ ਰੱਖਣ ਵਾਲੇ ਵੀ ਲੀਕ ਤੇ ਚੱਲਦੇ। ਤਾਂ ਉਹਨਾਂ ਕਿਹਾ ਕਿ ਲੀਕ ਲੀਕ ਪਰ ਸਭ ਚੱਲੇ, ਚੱਲਣ ਭੇਡ ਜਿਵੇਂ ਊਠ, ਤੇ ਤੀਨੋਂ ਲੀਕ ਤੇ ਨਾ ਚੱਲਣ, ਸੂਰਾ ਸੰਤ ਕਪੂਤ। ਇਹ ਤਿੰਨਾਂ ਦਾ ਰਾਹ ਨਿਆਰਾ ਹੁੰਦਾ। ਸੂਰਾ ਨਿਰਭੈ, ਕਪੂਤ ਗੰਦਾ ਹੈ, ਤੇ ਸੰਤ ਖੋਜੀ ਹੈ। ਇਹ ਤਿੰਨਾਂ ਆਪਣਾ ਮਾਰਗ ਖੋਜ ਕੇ ਚੱਲਦੇ ਆ, ਲੋਕਾਂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲਦੇ, ਉਸ ਨੂੰ ਆਪਣੇ ਵਿਵੇਕ ਦੁਆਰਾ ਪਹਿਲਾਂ ਖੋਜਦੇ। ਅਸੀਂ ਵਿਚਾਰੋ ਕਿ ਨਾਨਕ ਜੀ ਮਹਾਰਾਜ ਤਤਵ ਗੇ ਪੁਰਸ਼ ਸੀ, ਤੇ ਇਹ ਜਾਣੋ ਅੱਜ ਲੋਕ ਮਗਰ ਜਾਂਦੇ ਆ। ਨਾਨਕ ਜੀ ਨੇ ਜਿਹੜੀ ਕਿਰਿਆ ਕੀਤੀ, ਜਿਹੜੀ ਆਪ ਨੂੰ ਚੰਗੀ ਲੱਗਦੀ ਵੀ ਇਹਦੇ ਚ ਮੈਨੂੰ ਦੁਨਿਆਵੀ ਫਾਇਦਾ, ਉਹ ਤਾਂ ਮਨੁੱਖ ਕਰਦਾ ਹੈ। ਤੇ ਜਿਹਦੇ ਚ ਦੁਨੀਆ ਦਾ ਘਾਟਾ ਦੇਦਾ, ਨਾਨਕ ਨੇ ਆਖਿਆ, ਚਾਹੇ ਅਮਰਦਾਸ ਨੇ ਕਿਹਾ, ਚਾਹੇ ਰਾਮਦਾਸ ਅਰਜਨ ਦੇਵ ਨੇ ਕਿਹਾ, ਉਹਨੂੰ ਕੋਈ ਕਰਨ ਨੂੰ ਤਿਆਰ ਨਹੀਂ। ਕਿਉਂ? ਇਹ ਗੁਰੂਆਂ ਦੇ ਮਗਰ ਨਹੀਂ ਚੱਲਦੇ, ਸਾਰੇ ਗੁਰੂਆਂ ਦੇ ਵਿਰੁੱਧ ਹੈ। ਕਹਿਣ ਨਾਲ ਗੁਰੂਆਂ ਤੋਂ ਜੋ ਉਪਲਬਧੀ ਹੋਣੀ, ਉਹ ਕਹਿਣ ਨਾਲ ਨਹੀਂ ਹੁੰਦੀ। ਵੀ ਉਹ ਮੇਰਾ ਗੁਰੂ, ਉਹ ਮੇਰਾ ਗੁਰੂ, ਇਹ 1000 ਵਾਰੀ ਕਹਿਣ ਨਾਲ ਨਹੀਂ ਜੀ। ਉਹਨਾਂ ਨੇ ਗੁਰ ਕਹਿਆ ਸੋ ਕਾਰ ਕਮਾਵੋ। ਜੋ ਤੁਹਾਨੂੰ ਕਿਹਾ ਉਹ ਕਿਰਿਆ ਕਰੋਗੇ ਤਾਂ ਉਪਲਬਧੀ ਹੈ, ਵੇਖਣ ਨਾਲ ਨਹੀਂ। ਇਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਸਗਲ ਸੰਸਾਰ, ਉਹ ਡਿਠਿਆ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੇ ਵਿਚਾਰ ਨਹੀਂ ਕਰਦਾ ਵੀ ਇਹ ਕੀ ਬੋਲਿਆ, ਕਾਦੇ ਲਈ ਬੋਲਿਆ, ਜੇ ਪਤਾ ਲੱਗ ਗਿਆ ਤਾਂ ਉਹ ਕਰਤੱਵ ਨੂੰ ਆਪਣੇ ਤੇ ਢਾਲਦਾ ਕਿ ਨਹੀਂ। ਤਾਂ ਇੱਥੋਂ ਇਹ ਹੋਏਗਾ ਕਿ ਨਾਨਕ ਜੀ ਨੂੰ ਕੋਈ ਸਿੱਖ ਨਹੀਂ ਮੰਨਦਾ। ਅੱਛਾ, ਨਾਨਕ ਦੀ ਪ੍ਰਵਿਰਤੀ ਸੀ ਕਿ ਨਿਵਿਰਤੀ, ਇਹ ਬਤਾਓ। ਨਾਨਕ ਜੀ ਦਾ ਜੀਵਨ ਪ੍ਰਵਿਰਤੀ ਭਰਿਆ ਸੀ ਕਿ ਨਿਵਿਰਤੀ ਭਰਿਆ ਸੀ? ਤਾਂ ਸੂਝਵਾਨ ਪੁਰਸ਼ ਇਹ ਕਹਿੰਦੇ ਆ, ਨਾਨਕ ਜੀ ਦਾ ਜੀਵਨ ਨਿਵਿਰਤੀ ਸੀ। ਨਿਵਿਰਤੀ ਮੈਨਾ ਤਿਆਗ ਪ੍ਰਧਾਨ ਸੀ, ਨਾ ਕਿ ਗ੍ਰਹਿਣ ਪ੍ਰਧਾਨ ਸੀ। ਤਾਂ ਨਾਨਕ ਜੀ ਨੂੰ ਤਾਂ ਤੁਸੀਂ ਤਾਂ ਹੀ ਮੰਨਦੇ ਆ ਜੇ ਤੁਹਾਡਾ ਜੀਵਨ ਤਿਆਗ ਪ੍ਰਧਾਨ ਹੈ ਕਿਸੇ ਦਾ ਜੀਵਨ ਤਿਆਗ ਪ੍ਰਧਾਨ? ਅਗਰ ਤਿਆਗ ਪ੍ਰਧਾਨ ਹੈ ਕਿਸੇ ਦਾ ਜੀਵਨ,
ਤਾਂ ਉਸ ਪੁਰਸ਼ ਨੂੰ ਕੋਟ ਕੋਟ ਸਲਾਮ ਹੈ, ਕੋਟ ਕੋਟ ਉਸ ਨੂੰ ਨਮਸਕਾਰ ਹੈ ਕਿ ਜਿਸ ਦਾ ਜੀਵਨ ਤਿਆਗ ਪ੍ਰਧਾਨ ਹੈ ਤੇ ਤਿਆਗੇ ਦਾ ਗ੍ਰਹਿਣ ਪ੍ਰਧਾਨ ਹੈ। ਤਾਂ ਇੱਥੋਂ ਅਸੀਂ ਲੈਣਾ ਹੈ ਵੀ ਨਾਨਕ ਦਾ ਜੀਵਨ ਫਕੀਰ ਸੀ ਤੇ ਇਦੋਂ ਅੱਗੇ ਅੰਗਦ ਦੇਵ, ਅਮਰਦਾਸ, ਰਾਮਦਾਸ ਆਦਿ ਸੰਤ ਗੁਰੂ ਸੀਨੇ ਸੀਨੇ ਅੱਗੇ ਹੋਏ। ਉਹਨਾਂ ਦਾ ਜ਼ਿਆਦੇ ਜੀਵਨ ਤਿਆਗ ਪ੍ਰਧਾਨ ਸੀ, ਦੂਜਿਆਂ ਦਾ ਕੁਛ ਗ੍ਰਹਿਣ ਪ੍ਰਧਾਨ ਹੋ ਗਿਆ। ਤੋ ਅੰਤ ਨੂੰ ਇਹ ਨਿਕਲਦਾ, ਜਿਸ ਨੂੰ ਤੁਸੀਂ ਮਰਜ਼ੀ ਦੇਖ ਲਓ, ਉਹ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦਾ, ਨਾ ਤਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਨਾ ਨਾਨਕ ਦੇਵ ਨੂੰ ਮੰਨਦਾ। ਕਿਉਂ? ਕਹਿਣੇ ਨਾਲ ਗੁਰੂ ਹੋ ਜਾਈਦਾ ਤੇ ਕਹਿਣੇ ਨਾਲ ਚੇਲੇ ਬਣ ਜਾਈਦਾ। ਇਹ ਹੈ ਕਹਿਣ ਨਾਲ ਕੁਛ ਨਹੀਂ ਹੁੰਦਾ। ਤੇ ਨਾਨਕ ਜੀ ਦੇ ਜਿੰਨੇ ਬਾਣੇ ਹੈ ਸੰਤ ਲੋਕਾਂ ਦਾ, ਆਪਣੇ ਵਿਵੇਕ ਚੋਂ ਉਚਰੀ ਤੇ ਉਹ ਸਾਰੇ ਨਾਨਕ ਜੀ ਦੇ ਨਾਮ ਤੇ ਲਿਖੀ। ਵੇਖੋ ਕਿੱਡੀ ਸੰਗੁਰੂਆਂ ਦੀ ਮਹਿਮਾ ਹੈ ਕਿ ਅਮਰਦਾਸ, ਰਾਮਦਾਸ, ਅਰਜਨ ਦੇਵ ਅਥਵਾ ਜਿਸ ਗੁਰੂ ਨੇ ਬਾਣੀ ਆਪਣੇ ਹਿਰਦੇ ਚ ਵਿਚਾਰੀ ਤੇ ਉਹਦੇ ਤੇ ਨਾਮ ਨਾਨਕ ਮਹਾਰਾਜ ਦਾ ਲਿਖਿਆ। ਤਾਂ ਅੰਤ ਨੂੰ ਸਾਨੂੰ ਇਹ ਮਿਲਦਾ ਵੀ ਜਦੋਂ ਸਾਰੇ ਬਾਣੀ ਨਾਨਕ ਜੀ ਦੀ ਹੈ ਤੇ ਇਸੇ ਸਾਰੇ ਲੈਣਗੇ ਵੀ ਸਿੱਖ। ਗੁਰੂਆਂ ਦਾ ਸਿੱਖ ਕਹਿਣਾ ਸੀਗਾ ਉਹਨੂੰ ਕਿ ਜਿਹੜਾ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਸੀ। ਉਹ ਗੁਰੂ ਜੀ ਬੋਲਦੇ ਸੀ ਇਹ ਸਿੱਖ ਹੈ। ਸੰਸਕ੍ਰਿਤ ਹਿੰਦੀ ਚ ਸ਼ਿਸ਼ ਸਿਖਿਆਰਥੀ ਬੋਲਦੇ, ਉਹ ਸਿੱਖ ਬੋਲ ਦਿੰਦੇ ਸੀ ਕਿ ਕੌਣ ਸਿੱਖ ਹੈ? ਜਿਹੜਾ ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ ਉਹ ਸਿੱਖ ਹੈ। ਤੇ ਜਿਹੜੇ ਅੱਗੇ ਹੈ ਆਪਣਾ ਕੋਈ ਨਿੱਜੀ ਲਾਭ ਖੱਟਣ ਲਈ ਵਾਲੇ ਤਾਂ ਉਹ ਹੈ ਕਿ ਬਾਣੀ ਵਿੱਚ ਦੀ ਸ਼ਹਿਰ ਤੇ ਕੱਢੋ, ਉਹਨੂੰ ਬੋਲਦੇ ਨਗਰ ਕੀਰਤਨ ਤੇ ਪਹਿਲਾਂ ਇਹਨੂੰ ਬੋਲਦੇ ਸੀ ਜਲੂਸ। ਸ਼ਹਿਰ ਵਿੱਚ ਦੀ ਘੁਮਾਓ ਤੇ ਤਾਂ ਇਕੱਠਾ ਕਰ ਲਿਆਓ, ਪ੍ਰਯੋਜਨ ਹੋ रहा है। प्रयोजन सही होना चाहिए। ज्यादा ना लोगों का प्रयोजन है कि बाणी विखाओ, वो जड़ा मदारी है वो किली नाल बन के बत्ता होया नियाला विखाउंदा है ते दसना कुछ होर हुंदा है। ਇਹ ਸਭ ਮਦਾਰੀ ਇਕੱਠੇ ਹੋਏ ਆ, ਵਿਖਾਉਂਦੇ ਗੁਰੂ ਗ੍ਰੰਥ ਹੈ ਤੇ ਚਾਹੁੰਦੇ ਵੀ ਮੇਰੇ ਕੋਲੇ ਭਾਰਤ ਦੀ ਸਤਾ ਆ ਜੇ, ਮੇਰੇ ਕੋਲੇ ਪੰਜਾਬ ਦੀ ਸਤਾ ਹੱਥ ਚ ਆ ਜੇ, ਮੇਰੇ ਕੋਲੇ ਸਾਰੀ ਦੁਨੀਆ ਦੀ ਸਤਾ ਹੱਥ ਚ ਆ ਜੇ। ਤਾਂ ਇਹ ਜਿਵੇਂ ਮਦਾਰੀ ਵਿਖਾਉਂਦਾ ਨਿਆਵਲਾ ਤੇ ਅੱਗੇ ਦੱਸਣਾ ਕੁਝ ਹੋਰ ਹੁੰਦਾ ਆਪਣੇ ਲਾਭ ਲਈ। ਇਹ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਾਉਂਦੇ ਆ ਤੇ ਪ੍ਰਯੋਜਨ ਸਤਾ ਹਾਸਲ ਕਰਨ ਦਾ। ਗੁਰਬਾਣੀ ਇਹਨਾਂ ਨੂੰ ਸਤਾ ਚ ਸਫਲ ਨਹੀਂ ਹੋਣ ਦਿੰਦੀ। ਕਿਉਂ? ਗੁਰਬਾਣੀ ਦਾ ਸਤਾ ਨਾਲ ਤਾਲੁਕ ਕੋਈ ਨਹੀਂ। ਤਾਂ ਅੰਤ ਨੂੰ ਫਿਰ ਕਹਿੰਦੇ ਹੈ ਲੋਕਾਂ ਤੇ ਪਾਓ ਜੋੜ ਲੱਤ ਨੂੰ। ਵੀ ਜੋੜ ਲੱਤ ਨੂੰ ਕੀ ਪਾਓ?
ਜੋਤ ਨੂੰ ਪਾਓ, ਸਿੱਖੀ ਦਾ ਪ੍ਰਚਾਰ ਕਰੋ। ਵੀ ਸਿੱਖੀ ਦਾ ਪ੍ਰਚਾਰ ਗੁਰੂ ਗੋਬਿੰਦ ਸਿੰਘ ਨੂੰ ਲੋੜ ਸੀ। ਉਹਨੇ ਸਿੱਖ ਨਾਲ ਜੋੜੇ, ਲੋਕਾਂ ਦੀ ਪੀੜਾ ਜਾਣੀ, ਉਹਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਇਕੱਠ ਕੀਤਾ ਕਿ ਗੰਦੇ ਬੰਦਿਆਂ ਨੂੰ ਰੋਕਣ ਵਾਸਤੇ। ਤਾਂ ਅੰਤ ਨੂੰ ਸੀਗਾ ਵੀ ਸਿੱਖ ਬਣੋ, ਇਕੱਠੇ ਹੋ। ਤਾਂ ਹੁਣ ਸਿੱਖ ਵਿਚਾਰੋ ਕਿ ਹੁਣ ਤੁਹਾਡੀ ਕਿਹਦੇ ਨਾਲ ਦੁਸ਼ਮਣੀ ਹੈ। ਜੇ ਤੁਹਾਡੀ ਦੁਸ਼ਮਣੀ ਆ ਤਾਂ ਸਿੱਖਾਂ ਨਾਲ ਹੀ ਆ, ਹੋਰ ਕਿਹਦੇ ਨਾਲ ਦੁਸ਼ਮਣੀ ਹੈ। ਤਾਂ ਇਹਨਾਂ ਨੇ ਕਿਹਾ ਇਹ ਸਿੱਖੀ ਦਾ ਪ੍ਰਚਾਰ ਕਰੋ ਜੀ। ਤੇ ਇੱਕ ਪਾਸੇ ਸਿੱਖੀ ਤੇ ਦੂਜੇ ਪਾਸੇ ਰੋਟੀ, ਕੱਪੜਾ ਤੇ ਮਕਾਨ। ਇਹ ਸਰਕਾਰ ਦਾ ਪ੍ਰਯੋਜਨ ਹੈ। ਰੋਟੀ, ਕੱਪੜਾ, ਮਕਾਨ ਇਹ ਹੀ ਸਭ ਦਾ, ਧਰਮੀਆਂ ਦਾ, ਸਮਾਜ ਸੇਵੀਆਂ ਦਾ। ਰੋਟੀ, ਕੱਪੜਾ ਤੇ ਮਕਾਨ ਇੱਥੋਂ ਤੀਕ ਖੜੇ ਆ। ਇਹ ਗੁਰਬਾਣੀ ਦਾ ਪ੍ਰਯੋਜਨ ਨਹੀਂ ਗਾ। ਅੱਛਾ, ਦੂਜੇ ਪਾਸੇ ਤੁਹਾਨੂੰ ਕਿਸ ਨੇ ਇਹ ਗੱਲ ਕਹੀ ਆ, ਅੱਜ ਤੁਹਾਡਾ ਗੁਰੂ ਕੌਣ ਹੈ? ਇਹ ਮੰਨਣਾ ਪਊਗਾ ਕਿ 10 ਗੁਰੂ ਅਸੀਂ ਮੰਨਦੇ ਸਾਂ ਜੀ, ਉਹ ਤਾਂ ਸਰੀਰ ਕਰਕੇ ਹੁਣ ਹੈ ਹੀ ਨਹੀਂ। ਤਾਂ ਫਿਰ ਕੌਣ ਹੈ ਗੁਰੂ? ਤਾਂ ਹੱਥ ਕਰ ਦੋ ਕਿ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਅੱਛਾ, ਗ੍ਰੰਥ ਸਾਹਿਬ ਨੂੰ ਬਈ ਕੋਟ ਕੋਟ ਸਲਾਮ ਹੈ, ਗੁਰੂ ਹੈ। ਤੇ ਇਹ ਗ੍ਰੰਥ ਸਾਹਿਬ ਆਦਾ ਸਿੱਖੀ ਦਾ ਪ੍ਰਚਾਰ, ਇਹ ਲਓ। ਇਹ ਕੀ ਆਦਾ? ਤਾਂ ਜੇ ਗ੍ਰੰਥ ਸਾਹਿਬ ਦੀ ਬਾਣੀ ਪਹਿਲਾਂ ਵੇਖੋ ਕਿੱਥੋਂ ਸ਼ੁਰੂ ਹੁੰਦੀ ਹੈ, ਵਿਚਾਲਿਓ ਨਹੀਂ ਹੁੰਦੀ। ਜਿੱਥੇ ਐ ਪੱਤਰੇ ਐ ਕਰਕੇ ਤੇ ਅੱਧੇ ਇੱਧਰ ਕਰ ਲਏ, ਅੱਧੇ ਇੱਧਰ ਕਰ ਲਏ, ਇੱਥੋਂ ਨਹੀਂ ਹੁੰਦੀ। ਉਹ ਮੂਲ ਤੋਂ ਲਵੋ। ਇੱਕ ਇੱਥੇ ਬੜਾ ਬਣਿਆ ਤਣਿਆ ਉਹ ਕਹੀ ਜਾਵੇ, ਸਾਧ ਸੰਗਤ ਜੀ ਬੜੇ ਮੂਲ ਮੰਤਰ ਚ ਤਾਕਤ ਹੈ। ਵੇਖੋ ਵੀ ਇਹ ਲੋਕ ਇਹਦੇ ਚੋਂ ਤਾਕਤ ਭਾਲਦੇ ਆ। ਓਏ ਭਲਿਓ, ਤਾਕਤ ਤਾਂ ਸਾਰੇ ਇਸ ਬਾਡੀ ਦੇ ਅੰਦਰ ਇਕੱਠੀ ਹੋਈ ਬੈਠੀ ਹੈ। ਵੀ ਤੂੰ ਮੂਲ ਮੰਤਰ ਨੂੰ ਪਛਾਣ। ਮੂਲ ਮੰਤਰ ਖਾਸ ਨੂੰ ਕਹਿੰਦੇ। ਮੂਲ ਮੰਤਰ ਤਾਂ ਇੱਕ ਤਟਸਥ ਲਕਸ਼ਣ ਤੇ ਸਰੂਪ ਲਕਸ਼ਣ, ਇੱਕ ਸਤ ਸਤਾ ਦੀ ਮਹਿਮਾ ਹੈ। ਅੱਗੇ ਵਿਸ਼ੇਸ਼ਣ ਹੈ। ਉਹ ਵਿਸ਼ੇਸ਼ਣ ਜਿਹੜੇ ਇੱਥੋਂ ਬੋਲਿਆ ਹੈ ਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਥੋਂ ਗੁਰਬਾਣੀ ਪ੍ਰਾਰੰਭ ਹੁੰਦੀ। ਤਾਂ ਪ੍ਰਾਰੰਭ ਬਾਣੀ ਤੋਂ ਸ਼ੁਰੂ ਹੁੰਦਿਆਂ ਸੱਚ ਆਖਿਆ ਕਿ ਇਹ ਆਖਿਆ ਆਦ ਸਿੱਖੀ, ਜੁਗਾਦ ਸਿੱਖੀ, ਹੈ ਵੀ ਸਿੱਖੀ, ਹੋਸੀ ਵੀ ਸਿੱਖੀ, ਇਹ ਆਖਿਆ। ਉਹਨਾਂ ਨੇ ਸੱਚ ਦੀ ਗੱਲ ਕੀਤੀ ਤੇ ਤੁਸੀਂ ਸਿੱਖੀ ਦੀਆਂ ਕਰਦੇ ਆ। ਸਿੱਖੀ ਕੀ ਹੈ? ਗੰਦੇ ਬੰਦੇ ਦੇ ਕਿਰਪਾਨ ਪਵਾਤੀ, ਉਹ ਉਤਮ ਖਾਲਸਾ ਹੋ ਗਿਆ। ਕਿਉਂਕਿ ਕਿਰਪਾਨ ਦੱਸਦੀ ਹੈ। ਕੜਾ ਪਵਾਤਾ, ਨਹੀਂ, ਇਹ ਗੁਰੂ ਦੀ ਮਰਿਆਦਾ ਸੀ ਗੋਬਿੰਦ ਸਿੰਘ ਦੀ। ਜਦੋਂ ਗੁਰੂ ਗੋਬਿੰਦ ਸਿੰਘ ਦਾ ਸਰੀਰ ਸ਼ਾਂਤ ਹੋਇਆ, ਪੜੋ ਪੰਥ ਪ੍ਰਕਾਸ਼,
ਸਾਰਿਆਂ ਜਿੰਨੇ ਉਹਦੇ ਨਾਲ ਸਹਿਯੋਗੀ ਸ਼ਸਤਰਧਾਰੇ ਸੀ, ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਸਰੀਰ ਪਾਤ ਹੋਣ ਵਾਲਾ ਹੈ। ਤੇ ਕਿਹਾ ਜੀ ਸਾਡੇ ਲਈ ਕੀ ਹੁਕਮ ਹੈ? ਉਹਨਾਂ ਨੇ ਆਖਿਆ ਸੀ ਵੀ ਗ੍ਰਸਤ ਧਾਰ ਕਰ ਸਕਦੇ ਆ, ਘਰਾਂ ਨੂੰ ਚਲੇ ਜਾਓ। ਤੇ ਅੱਧਿਆਂ ਸਿੱਖਾਂ ਨੇ ਸ਼ਸਤਰ ਲਾ ਕੇ ਉੱਥੇ ਰੱਖਦੇ ਸੀਗੇ। ਉਹਦੇ ਸਾਡਾ ਪ੍ਰਯੋਜਨ ਸੀ ਉਹ ਪੂਰਾ ਹੋ ਚੁੱਕਿਆ। ਜਦੋਂ ਪੜੋ ਕਿਹਾ ਨੇ ਇਹਨਾਂ ਦੇ ਸ਼ਸਤਰ ਸਾਰਿਆਂ ਨੇ ਲਾਤੇ, ਤੇ ਤੁਸੀਂ ਹੁਣ ਕਾਹਦੇ ਵਾਸਤੇ ਪੁਆਰੇ ਆ? ਕਿਹਦੇ ਨਾਲ ਲੜਨਾ? ਇਹ ਹੋ ਗਿਆ, ਇਹ ਭੇਖ ਬਣਾਇਆ ਕਿ ਲੋਕ ਡਰਨਗੇ। ਉਹ ਗੁਰੂ ਨੇ ਡਰਾਉਣ ਵਾਸਤੇ ਨਹੀਂ ਭੇਖ ਪਾਏ ਸੀਗੇ, ਲੋਕਾਂ ਦਾ ਡਰ ਲਾਉਣ ਵਾਸਤੇ ਪਾਏ ਸੀਗੇ ਵੀ ਕੋਈ ਡਰੇ ਨਾ। ਤੇ ਇੱਥੋਂ ਹੈ ਵੀ ਆਦ ਸੱਚ ਜੁਗਾਦ ਸੱਚ ਬੋਲਦਾ। ਤੋ ਕਿੰਨੇ ਬੰਦੇ ਆ ਹੱਥ ਖੜੇ ਕਰਨ ਜਿਹਨੇ ਸੱਚ ਨੂੰ ਪਛਾਣਿਆ? ਸੱਚ ਨੂੰ ਕਿੰਨਿਆਂ ਨੇ ਪਛਾਣਿਆ? ਸੱਚ ਨੂੰ ਪਰੋਕਸ਼ ਰੂਪ ਚ ਜਿਹਨੇ ਪਛਾਣਿਆ, ਕੋਈ ਵੱਡੇ ਵੱਡੇ ਮੰਨੇ ਪਰਮੰਨੇ ਸੰਤ ਵੀ ਪਰੋਕਸ਼ ਰੂਪ ਚ ਸੱਤ ਨੂੰ ਪਛਾਣਦੇ ਆ ਵੀ ਉਹ ਜੀ ਸੱਤ ਹੈ। ਓਏ ਉਹ ਕਿਹਨੂੰ ਕਹਿੰਦੇ ਤੂੰ? ਉਹ ਰੱਬ ਸੱਤ ਹੈ, ਰੱਬ ਜੰਮਦਾ ਨਹੀਂ, ਰੱਬ ਮਰਦਾ ਨਹੀਂ। ਤੇ ਤੂੰ ਤਾਂ ਜੰਮਦਾ ਮਰਦਾ ਹੈ ਨਾ, ਤੇ ਰੱਬ ਮਰੇ ਨਾ ਮਰੇ ਤੇ ਤੈਨੂੰ ਕੀ ਲਾਭ ਉਹਦਾ? ਜਦੋਂ ਤੂੰ ਜੰਮਦਾ ਹੈ ਮਰਦਾ ਹੈ ਤੇ ਤੂੰ ਕਹਿਣਾ ਜੀ ਉਹ ਪਰਮਾਤਮਾ ਮਰਦਾ ਨਹੀਂ, ਉਹ ਪਰਮਾਤਮਾ ਜੰਮਦਾ ਨਹੀਂ, ਉਹ ਪਰਮਾਤਮਾ ਆਉਂਦਾ ਨਹੀਂ, ਉਹ ਪਰਮਾਤਮਾ ਜਾਂਦਾ ਨਹੀਂ। ਯਾਰ ਕੋਈ ਪਰਮਾਤਮਾ ਆਵੇ ਤੇ ਚਾਹੇ ਨਾ ਆਵੇ, ਤੂੰ ਦੱਸ ਤੂੰ ਜਾਂਦਾ ਆਉਣਾ ਕਿ ਨਹੀਂ? ਤਾਂ ਤੈਨੂੰ ਕੀ ਫਾਇਦਾ ਹੋਇਆ ਪਰਮਾਤਮਾ ਦੇ ਨਾ ਆਉਣ ਜਾਣ ਦਾ? ਚਾਹੀਦਾ ਤੁਸੀਂ ਤੂੰ ਆਉਂਦਾ ਜਾਣਾ ਕਿ ਨਹੀਂ? ਇਹ ਬੋਲ।